ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਚੈਨਲ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਅਪਡੇਟ ਮਿਲਦੀ ਰਹੇ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧਰਮ ਦਾ ਪ੍ਰਚਾਰ ਕਰਦੇ ਕਰਦੇ ਇੱਕ ਘਣੇ ਜੰਗਲ ਦੇ ਵਿੱਚੋਂ ਗੁਜ਼ਰੇ। ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਆਖਿਆ ਕਿ ਗੁਰੂ ਜੀ, ਕਿੰਨਾ ਘਣਾ ਅਤੇ ਭਿਆਨਕ ਜੰਗਲ ਆ। ਇੱਦਾਂ ਲੱਗਦਾ ਜਿਵੇਂ ਇੱਥੇ ਕਦੇ ਕੋਈ ਆਇਆ ਹੀ ਨਾ ਹੋਵੇ। ਮੈਂ ਕਦੇ ਵੀ ਇੰਨਾ ਉਜਾੜ ਜੰਗਲ ਨਹੀਂ ਦੇਖਿਆ ਗੁਰੂ ਜੀ। ਤਾਂ ਗੁਰੂ ਜੀ ਨੇ ਆਖਿਆ ਕਿ ਮਰਦਾਨਾ, ਜਦੋਂ ਕੋਈ ਸੱਚੇ ਮਨ ਨਾਲ ਉਸ ਈਸ਼ਵਰ ਦਾ ਧਿਆਨ ਕਰਦਾ ਆ, ਈਸ਼ਵਰ ਦਾ ਨਾਮ ਲੈਂਦਾ ਆ, ਤਾਂ ਉਜਾੜ ਵੀ ਖੁਸ਼ਨੁਮਾ ਸਥਾਨ ਹੋ ਜਾਂਦੇ ਆ। ਇਹ ਆਖਣ ਤੋਂ ਬਾਅਦ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅੱਖਾਂ 'ਚੋਂ ਈਸ਼ਵਰ ਦੇ ਪ੍ਰੇਮ ਲਈ ਹੰਝੂ ਆਉਣ ਲੱਗ ਪਏ ਅਤੇ ਗੁਰੂ ਜੀ ਨੇ ਈਸ਼ਵਰ ਦਾ ਭਜਨ ਗਾਇਆ। ਅਤੇ ਭਾਈ ਮਰਦਾਨਾ ਜੀ ਨੂੰ ਉਹ ਭਜਨ ਸੁਣ ਕੇ ਇੱਦਾਂ ਦਾ ਮਹਿਸੂਸ ਹੋਇਆ ਜਿੱਦਾਂ ਜੀਵਿਤ ਅਤੇ ਅਜੀਵਿਤ ਉਹ ਗੁਰੂ ਜੀ ਦੇ ਸਿਮਰਨ ਦੇ ਵਿੱਚ ਖੋ ਗਏ ਆ, ਗੁਰੂ ਜੀ ਦੇ ਸਿਮਰਨ ਦੇ ਵਿੱਚ ਰੰਗੇ ਗਏ ਆ। ਭਾਈ ਮਰਦਾਨਾ ਜੀ ਨੂੰ ਇੱਦਾਂ ਦਾ ਅਨੁਭਵ ਹੋਣ ਲੱਗਿਆ ਕਿ ਜਿੱਦਾਂ ਸਾਰੇ ਪਾਸੇ ਲੋਕ ਹੀ ਲੋਕ ਨੇ। ਭਾਈ ਮਰਦਾਨਾ ਜੀ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਜੰਗਲ ਜਿਹੜਾ ਉਜਾੜ ਲੱਗ ਰਿਹਾ ਸੀ, ਜਿੱਥੇ ਡਰ ਲੱਗ ਰਿਹਾ ਸੀ, ਉਹ ਦੇਖਿਆ ਅਤੇ ਉਹ ਸਾਰਾ ਜੰਗਲ ਖੁਸ਼ਨੁਮਾ ਹੋ ਚੁੱਕਾ ਸੀ ਅਤੇ ਉੱਥੇ ਇੱਕ ਅਜੀਬ ਜਿਹਾ ਸਕੂਨ ਸੀ। ਅਤੇ ਭਾਈ ਮਰਦਾਨਾ ਜੀ ਆਖਣ ਲੱਗੇ, ਗੁਰੂ ਜੀ ਤੁਸੀਂ ਮਹਾਨ ਹੋ। ਥੋੜ੍ਹੀ ਦੇਰ ਬਾਅਦ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਭਾਈ ਮਰਦਾਨਾ ਜੀ ਅੱਗੇ ਆਪਣੀ ਯਾਤਰਾ 'ਚ ਨਿਕਲ ਚੁੱਕੇ ਅਤੇ ਉਹ ਘਣਾ ਜੰਗਲ ਨਿਕਲ ਚੁੱਕਾ ਸੀਗਾ। ਜਿੱਥੇ ਉਹ ਪਹੁੰਚੇ ਉੱਥੇ ਇੱਕ ਖੇਤ ਦੇਖੇ ਜਾ ਸਕਦੇ ਸੀ ਬਹੁਤ ਸਾਰੇ, ਅਤੇ ਜਿਨ੍ਹਾਂ ਦਾ ਉਹ ਪਿੰਡ ਸੀ, ਉਹ ਗਾਉਂ ਸੀ, ਉਹ ਡਾਕੂਆਂ ਦਾ ਗਾਉਂ ਸੀ। ਬੜਾ ਖਤਰਨਾਕ ਗਾਉਂ ਸੀ ਉਹ, ਬੜਾ ਖਤਰਨਾਕ ਪਿੰਡ ਸੀ ਉਹ। ਉਹਨਾਂ ਡਾਕੂਆਂ ਦੇ ਦਿਲਾਂ ਦੇ ਵਿੱਚ ਬਿਲਕੁਲ ਵੀ ਦਇਆ ਨਹੀਂ ਸੀ। ਉਹ ਡਾਕੂ ਜਦੋਂ ਵੀ ਕੋਈ ਉਸ ਪਿੰਡ ਤੋਂ ਗੁਜ਼ਰਦਾ ਇਨਸਾਨ, ਤਾਂ ਉਹ ਪਹਿਲਾਂ ਤਾਂ ਉਹਦੀ ਹੱਤਿਆ ਕਰਦੇ, ਫਿਰ ਉਹਦਾ ਜਿਹੜਾ ਧਨ ਦੌਲਤ ਸੀ ਉਹ ਆਪਣੇ ਕੋਲ ਰੱਖਦੇ ਅਤੇ ਉਸ ਸ਼ਖਸ ਨੂੰ ਧਰਤੀ ਦੇ ਵਿੱਚ ਦਫਨਾ ਦਿੰਦੇ। ਉਸ ਪਿੰਡ ਨੂੰ ਦੇਖ ਕੇ, ਉਸ ਗਾਉਂ ਨੂੰ ਦੇਖ ਕੇ ਗੁਰੂ ਜੀ ਨੇ ਆਖਿਆ, ਭਾਈ ਮਰਦਾਨਾ, ਕਿ ਆਪਾਂ ਅੱਜ ਇਸ ਪਿੰਡ 'ਚ ਠਹਿਰਾਂਗੇ, ਰੁਕਾਂਗੇ। ਅਤੇ ਭਾਈ ਮਰਦਾਨਾ ਜੀ ਬੋਲੇ, ਜੀ ਗੁਰੂ ਜੀ। ਅਤੇ ਗੁਰੂ ਜੀ ਬੋਲੇ, ਆਓ ਦੇਖੋ ਇੱਕ ਉਜਾੜ ਅਤੇ ਆਬਾਦ ਸਥਾਨ ਦੇ ਵਿੱਚ ਕੀ ਅੰਤਰ ਆ। ਇਹ ਗੱਲ ਕਰਦੇ ਕਰਦੇ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਨੇ ਉਸ ਪਿੰਡ ਦੇ ਵਿੱਚ ਪ੍ਰਵੇਸ਼ ਕੀਤਾ। ਪਿੰਡ ਦੇ ਵਿੱਚ ਪ੍ਰਵੇਸ਼ ਕਰਕੇ ਉਹ ਇੱਕ ਘਰ ਦੇ ਵਿੱਚ ਕਹਿ ਸਕਦੇ ਹਾਂ ਜਾਂ ਕੋਲ ਦੀ ਬਿਲਕੁਲ ਗੁਜ਼ਰ ਰਹੇ ਸੀ। ਅਤੇ ਉਸ ਘਰ ਵਾਲਾ ਘਰ ਦਾ ਜਿਹੜਾ ਭਾਈ ਸੀਗਾ, ਉਹ ਬਾਹਰ ਆ ਕੇ ਬੜਾ ਖੁਸ਼ ਹੋਇਆ ਗੁਰੂ ਜੀ ਨੂੰ ਦੇਖ ਕੇ ਅਤੇ ਆਖਣ ਲੱਗਾ, ਆਪ ਦੋਨੋਂ ਦਾ ਸਵਾਗਤ ਹੈ ਕਿ ਤੁਸੀਂ ਰਾਤ ਨੂੰ ਮੇਰੇ ਘਰ 'ਚ ਠਹਿਰਿਓ, ਭੋਜਨ ਕਰਿਓ, ਪਾਣੀ ਪੀਓ, ਆਰਾਮ ਕਰਿਓ। ਬਾਕੀ ਜਦੋਂ ਵੀ ਤੁਹਾਡੀ ਇੱਛਾ ਹੋਈ ਤਾਂ ਤੁਸੀਂ ਇੱਥੇ ਕਦੇ ਵੀ ਜਾ ਸਕਦੇ ਆ ਇੱਥੋਂ। ਗੁਰੂ ਜੀ ਮੁਸਕਰਾਏ, ਖੁਸ਼ ਹੋਏ ਤਾਂ ਉੱਥੇ ਬੈਠ ਗਏ ਅਤੇ ਭਾਈ ਮਰਦਾਨਾ ਜੀ ਵੀ ਡਰਦੇ ਡਰਦੇ ਉਹਨਾਂ ਦੇ ਨਾਲ ਹੀ ਬੈਠ ਗਏ, ਕਿਉਂਕਿ ਉਹ ਸ਼ਖਸ ਕੋਈ ਹੋਰ ਨਹੀਂ, ਉਹ ਡਾਕੂ ਸੀ। ਜਿਸ ਬੰਦੇ ਨੇ ਗੁਰੂ ਜੀ ਦਾ ਸਵਾਗਤ ਕੀਤਾ ਸੀ, ਉਹ ਦੂਜੇ ਬੰਦੇ ਨਾਲ ਗੱਲ ਕਰ ਰਿਹਾ ਸੀ ਬੜੇ ਹੀ ਖੂਫੀਆ ਢੰਗ ਨਾਲ। ਅਤੇ ਉਹ ਆਪਸ 'ਚ ਗੱਲ ਕਰ ਰਹੇ ਸੀ ਕਿ ਦੋਨੋਂ ਕਾਫੀ ਅਮੀਰ ਲੱਗਦੇ ਨੇ, ਮੈਂ ਤੇਰੀ ਸਹਾਇਤਾ ਕਰੂੰਗਾ, ਕਿ ਮੈਂ ਤੇਰੀ ਮਦਦ ਕਰੂੰਗਾ, ਪਰ ਜਿਹੜੀ ਚੀਜ਼ ਆਪਾਂ ਲੁੱਟਾਂਗੇ ਉਹ ਸਾਰਾ ਮਾਲ ਅੱਧਾ ਅੱਧਾ ਹੋਊਗਾ। ਅਤੇ ਜਿਸ ਬੰਦੇ ਘਰ ਗੁਰੂ ਜੀ ਠਹਿਰੇ ਹੋਏ ਸੀ, ਉਹਨੇ ਪੂਰੀ ਯੋਜਨਾ ਤਿਆਰ ਕਰ ਲਈ ਸੀ ਵੀ ਰਾਤੀ ਕੀ ਕਰਨਾ ਆ, ਕਿੱਦਾਂ ਮਾਰਨਾ ਆ, ਕਿੱਦਾਂ ਲੁੱਟਣਾ ਆ। ਅਤੇ ਉਸ ਨੇ ਸਾਰਾ ਪਲਾਨ ਬਣਾਇਆ ਕਿ ਆਪਾਂ ਰਾਤ ਨੂੰ ਇਹਨਾਂ ਦੇ ਸਾਰਾ ਧਨ ਚੱਕ ਲੈਣਾ ਆ ਅਤੇ ਜਦੋਂ ਸਵੇਰੇ ਉੱਠੇ ਤਾਂ ਇਹਨਾਂ ਨੂੰ ਮਾਰ ਦੇਣਾ ਆ। ਹੁਣ ਦੋਵੇਂ ਲਟੇਰੇ ਯੋਜਨਾ ਬਣਾ ਕੇ ਅੱਧੀ ਰਾਤ ਨੂੰ ਉੱਠ ਕੇ ਉਹਨਾਂ ਨੇ ਇਹ ਕੰਮ ਕਰਨਾ ਸੀ, ਪਰ ਉਹ ਸੋ ਗਏ। ਪਰ ਗੁਰੂ ਨਾਨਕ ਦੇਵ ਜੀ ਦੀ ਮਰਜ਼ੀ ਅਤੇ ਉਸ ਅਕਾਲ ਪੁਰਖ ਦੀ ਮਰਜ਼ੀ ਸੀ, ਉਹ ਦੋਨਾਂ ਜਣਿਆਂ ਨੇ ਉੱਠਣਾ ਸੀ ਡਾਕੂਆਂ ਨੇ, ਪਰ ਉਹ ਬੜੀ ਗਹਿਰੀ ਨੀਂਦ 'ਚ ਸੁੱਤੇ ਰਹੇ, ਉੱਠ ਹੀ ਨਹੀਂ ਪਾਏ। ਅਤੇ ਸਵੇਰੇ ਅੰਮ੍ਰਿਤ ਵੇਲੇ ਭਾਈ ਮਰਦਾਨਾ ਜੀ ਅਤੇ ਗੁਰੂ ਜੀ ਨੇ ਇਸ਼ਨਾਨ ਕਰਕੇ ਉਹ ਜਗ੍ਹਾ ਛੱਡ ਦਿੱਤੀ, ਉਹ ਅੱਗੇ ਚਲੇ ਗਏ। ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਪੁੱਛਿਆ ਕਿ ਗੁਰੂ ਜੀ ਇੱਦਾਂ ਦਾ ਕੀ ਹੋਇਆ ਕਿ ਉਹਨਾਂ ਦੀ ਨੀਂਦ ਹੀ ਨਹੀਂ ਖੁੱਲ੍ਹੀ। ਗੁਰੂ ਜੀ ਆਖਣ ਲੱਗੇ ਕਿ ਉਹਨਾਂ ਨੂੰ ਗਹਿਰੀ ਨੀਂਦ ਉਸ ਅਕਾਲ ਪੁਰਖ ਨੇ ਦਿੱਤੀ ਹੈ, ਉਸ ਈਸ਼ਵਰ ਨੇ ਦਿੱਤੀ ਹੈ, ਤਾਂ ਕਿ ਉਹਨਾਂ ਦਾ ਸ਼ੈਤਾਨ ਦਿਮਾਗ ਜਿਹੜਾ ਆ ਉਹ ਸ਼ਾਂਤ ਹੋ ਜਾਏ। ਚੇਤਨਾ ਨਾਲ ਭਰੀ ਅਤੇ ਸਕੂਨ ਦੀ ਨੀਂਦ ਉਹ ਅਕਾਲ ਪੁਰਖ, ਉਹ ਈਸ਼ਵਰ ਉਹਨਾਂ ਨੂੰ ਦਿੰਦਾ ਹੈ ਜੋ ਉਸ ਸੱਚੇ ਰੱਬ ਨੂੰ ਯਾਦ ਕਰਦੇ ਨੇ, ਸਿਮਰਨ ਕਰਦੇ ਨੇ। ਅਤੇ ਦੁਸ਼ਟ ਲੋਕ ਜਿਹੜੇ ਹੁੰਦੇ ਆ, ਜਦੋਂ ਉਹ ਜਾਗਦੇ ਨੇ ਉਹ ਬੁਰੇ ਕੰਮ ਕਰਦੇ ਨੇ, ਅਤੇ ਜਦੋਂ ਉਹ ਥੱਕ ਜਾਂਦੇ ਨੇ ਉਦੋਂ ਉਹ ਸੋ ਜਾਂਦੇ ਨੇ। ਅਜੇ ਭਾਈ ਮਰਦਾਨਾ ਜੀ ਅਤੇ ਗੁਰੂ ਜੀ ਥੋੜ੍ਹੀ ਜਿਹੀ ਦੂਰ ਨਿਕਲੇ ਅਤੇ ਡਾਕੂ ਜਾਗ ਗਏ। ਉਹਨਾਂ ਨੇ ਇੱਧਰ ਉੱਧਰ ਗੁਰੂ ਜੀ ਅਤੇ ਭਾਈ ਮਰਦਾਨਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਕੋਈ ਨਹੀਂ ਸੀਗਾ।
ਤੇ ਜਿਹੜੇ ਦੋ ਡਾਕੂ ਸੀ ਆਪਸ 'ਚ ਗੱਲ ਕਰਦੇ ਕਿ ਆਪਣੀ ਬਾਤ ਤੈਅ ਹੋਈ ਸੀਗੀ, ਆਪਣੀ ਗੱਲ ਤੈਅ ਹੋਈ ਸੀ ਕਿ ਆਪਾਂ ਅੱਧੀ ਰਾਤ ਨੂੰ ਉਹਨਾਂ ਨੂੰ ਮਾਰਾਂਗੇ ਤੇ ਉਹਨਾਂ ਦਾ ਸਮਾਨ ਲੁੱਟ ਲਵਾਂਗੇ। ਤੇ ਇੱਕ ਆਖਣ ਲੱਗਾ ਕਿ ਮੈਂ ਤਾਂ ਸੁੱਤਾ ਰਿਹਾ, ਪਰ ਮੈਨੂੰ ਲੱਗਦਾ ਤੂੰ ਉਹ ਫਾਇਦਾ ਚੱਕ ਕੇ ਉਹਨਾਂ ਦੋਵਾਂ ਨੂੰ ਇਕੱਲੇ ਹੀ ਮਾਰਤਾ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਤੂੰ ਟਿਕਾਣੇ ਲਾਤਾ ਤੇ ਲੁੱਟ ਦਾ ਜਿਹੜਾ ਮਾਲ ਸੀਗਾ ਉਹ ਸਾਰਾ ਇਕੱਲਾ ਹੀ ਲੈ ਗਿਆ। ਆਪਾਂ ਤਾਂ ਅੱਧਾ ਅੱਧਾ ਕਰਨਾ ਸੀ, ਪਰ ਤੂੰ ਆਹ ਸਹੀ ਨਹੀਂ ਕੀਤਾ, ਲਿਆ ਮੇਰਾ ਹਿੱਸਾ ਮੈਨੂੰ ਦੇ। ਤੇ ਦੂਜਾ ਆਖਣ ਲੱਗਾ ਕਿ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ, ਜਿੱਦਾਂ ਤੂੰ ਸਮਝ ਰਿਹਾ ਵਾਂ, ਜਿੱਦਾਂ ਤੇਰੀ ਨੀਂਦ ਨਹੀਂ ਖੁੱਲੀ ਇੱਦਾਂ ਹੀ ਮੇਰੀ ਵੀ ਨੀਂਦ ਨਹੀਂ ਖੁੱਲੀ। ਇੱਦਾਂ ਲੱਗ ਰਿਹਾ ਜਿਵੇਂ ਉਹਨਾਂ ਨੇ ਸਾਨੂੰ ਕੋਈ ਨਸ਼ਾ ਦੇ ਦਿੱਤਾ ਸੀ ਜਾਂ ਫਿਰ ਉਹ ਕੋਈ ਜਾਦੂਗਰ ਸੀਗੇ। ਪਰ ਦੂਜਾ ਆਖਣ ਲੱਗਾ ਕਿ ਨਹੀਂ ਨਹੀਂ, ਮੈਂ ਤੇਰੀ ਕੋਈ ਵੀ ਗੱਲ ਨਹੀਂ ਮੰਨਣੀ, ਤੂੰ ਝੂਠ ਬੋਲ ਰਿਹਾ ਵਾਂ। ਤੇ ਦੋਨਾਂ ਦੀ ਆਪਸ 'ਚ ਲੜਾਈ ਵੱਧਦੀ ਗਈ, ਪਰ ਇੱਕ ਡਾਕੂ ਨੇ ਫਿਰ ਕਸਮ ਖਾਧੀ ਤੇ ਤਾਂ ਉਹ ਜਾ ਕੇ ਵਿਵਾਦ ਖਤਮ ਹੋਇਆ। ਤੇ ਇਸ ਗੱਲ ਦਾ ਹੋਰ ਵੀ ਸਾਰੇ ਡਾਕੂਆਂ ਨੂੰ ਪਤਾ ਲੱਗ ਗਿਆ ਤੇ ਸਾਰੇ ਡਾਕੂ ਇਕੱਠੇ ਹੋ ਕੇ ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਦੇਵ ਜੀ ਨੂੰ ਲੱਭਣ ਲਈ ਤੁਰ ਪਏ। ਤੇ ਡਾਕੂਆਂ ਦੀ ਨਜ਼ਰ ਭਾਈ ਮਰਦਾਨਾ ਤੇ ਗੁਰੂ ਜੀ ਤੇ ਪੈ ਚੁੱਕੀ ਸੀ ਤੇ ਡਾਕੂਆਂ ਨੇ ਜ਼ੋਰ ਨਾਲ ਚਿল্ਲਾਇਆ ਕਿ ਭੱਜਣ ਦੀ ਕੋਸ਼ਿਸ਼ ਨਾ ਕਰਿਓ, ਕਿ ਤੁਸੀਂ ਸਾਡੇ ਤੋਂ ਨਹੀਂ ਬਚ ਸਕਦੇ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਭਾਈ ਮਰਦਾਨਾ ਜੀ ਉੱਥੇ ਹੀ ਰੁਕ ਗਏ। ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਆਖਿਆ ਕਿ ਗੁਰੂ ਜੀ, ਇਹ ਤਾਂ ਉਹੀ ਡਾਕੂ ਨੇ, ਉਹੀ ਲੁਟੇਰੇ ਨੇ, ਸਾਨੂੰ ਇਹਨਾਂ ਨੂੰ ਦੱਸ ਦੇਣਾ ਚਾਹੀਦਾ ਕਿ ਸਾਡੇ ਕੋਲ ਤਾਂ ਕੁਛ ਨਹੀਂ ਹੈ, ਕਿ ਜੇ ਆਪਾਂ ਇਹਨਾਂ ਡਾਕੂਆਂ ਨੂੰ ਇਹੀ ਗੱਲ ਕਹਿ ਦੇਵਾਂਗੇ ਤੇ ਸਾਨੂੰ ਛੱਡ ਦੇਣਗੇ। ਅਸਲੀਅਤ ਦੇ ਵਿੱਚ ਵੀ ਸਾਡੇ ਕੋਲ ਇੱਕ ਰਬਾਬ ਹੀ ਹੈ, ਹੋਰ ਤਾਂ ਕੁਛ ਵੀ ਨਹੀਂ ਹੈ। ਤੇ ਜੇ ਉਹ ਡਾਕੂ ਸਾਡੇ ਕੋਲ ਰਬਾਬ ਮੰਗਣਗੇ ਤੇ ਆਪਾਂ ਦੇ ਦਾਂਗੇ, ਘੱਟੋ ਘੱਟ ਆਪਣੀ ਜਾਨ ਤਾਂ ਬਚ ਜੂਗੀ ਡਾਕੂਆਂ ਕੋਲੋਂ। ਤਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਣ ਲੱਗੇ ਕਿ ਚੱਲ ਮਰਦਾਨਾ, ਅੱਜ ਦੇਖਦੇ ਹਾਂ ਕਿ ਉਹ ਸਾਨੂੰ ਲੁੱਟਦੇ ਨੇ ਕਿ ਆਪ ਹੀ ਲੁੱਟੇ ਜਾਂਦੇ ਨੇ। ਇਹ ਸੁਣ ਕੇ ਭਾਈ ਮਰਦਾਨਾ ਜੀ ਸ਼ਾਂਤ ਹੋ ਗਏ। ਡਾਕੂ ਗੁੱਸੇ ਦੇ ਵਿੱਚ ਬੜਬੜਾਉਂਦੇ ਹੋਏ ਗੁਰੂ ਜੀ ਤੇ ਭਾਈ ਮਰਦਾਨਾ ਜੀ ਦੇ ਕੋਲ ਆਉਂਦੇ ਜਾ ਰਹੇ ਸੀ, ਪਰ ਜਿੱਦਾਂ ਜਿੱਦਾਂ ਹੀ ਉਹ ਨਜ਼ਦੀਕ ਜਾਣ ਦੀ ਕੋਸ਼ਿਸ਼ ਕਰ ਰਹੇ ਸੀ, ਡਾਕੂਆਂ ਦੀ ਜਿਹੜੀ ਸ਼ਕਤੀ ਸੀ, ਜਿਹੜੀ ਉਹਨਾਂ ਦੀ ਫਿਜ਼ੀਕਲ ਪਾਵਰ ਸੀ, ਉਹ ਖਤਮ ਹੁੰਦੀ ਜਾ ਰਹੀ ਸੀ। ਤੇ ਗੁਰੂ ਜੀ ਨੇ ਫਿਰ ਆਖਿਆ ਕਿ ਕੌਣ ਹੋ ਤੁਸੀਂ ਲੋਕ? ਤੇ ਉਹ ਅੱਗੋਂ ਡਾਕੂ ਕਹਿੰਦੇ ਕਿ ਅਸੀਂ ਇੱਦਾਂ ਦੇ ਭਿਆਨਕ ਡਾਕੂ ਹਾਂ ਕਿ ਪਹਿਲਾਂ ਅਸੀਂ ਲੋਕਾਂ ਨੂੰ ਮਾਰਦੇ ਹਾਂ, ਫਿਰ ਉਹਨਾਂ ਨੂੰ ਲੁੱਟਦੇ ਹਾਂ, ਫਿਰ ਉਹਨਾਂ ਨੂੰ ਧਰਤੀ 'ਚ ਦਫਨਾ ਦਿੰਦੇ ਹਾਂ। ਤੇ ਤੁਹਾਡੇ ਕੋਲ, ਗੁਰੂ ਜੀ ਨੂੰ ਤੇ ਭਾਈ ਮਰਦਾਨਾ ਜੀ ਨੂੰ ਆਖਣ ਲੱਗੇ ਕਿ ਤੁਹਾਡੇ ਕੋਲ ਧਨ ਆ ਤੇ ਤੁਸੀਂ ਸਵੇਰੇ ਇਹਨਾਂ ਨੂੰ ਧੋਖਾ ਦੇ ਕੇ ਨਿਕਲ ਗਏ ਉੱਥੋਂ, ਤੇ ਤੁਹਾਨੂੰ ਲੱਗਿਆ ਕਿ ਤੁਸੀਂ ਸਾਡੇ ਤੋਂ ਬਚ ਜਾਓਗੇ, ਪਰ ਪਹਿਲਾਂ ਅਸੀਂ ਤੁਹਾਨੂੰ ਮਾਰ ਦੇਵਾਂਗੇ, ਫਿਰ ਤੁਹਾਡਾ ਧਨ ਲੈ ਲਵਾਂਗੇ, ਫਿਰ ਤੁਹਾਨੂੰ ਦਫਨਾ ਦੇਵਾਂਗੇ। ਇਹ ਸ਼ਬਦ ਗੁਰੂ ਜੀ ਨੂੰ ਤੇ ਭਾਈ ਮਰਦਾਨਾ ਜੀ ਨੂੰ ਡਾਕੂਆਂ ਨੇ ਆਖੇ। ਹੁਣ ਭਾਈ ਮਰਦਾਨਾ ਜੀ ਉਹਨਾਂ ਡਾਕੂਆਂ ਨੂੰ ਕੁਝ ਕਹਿਣਾ ਚਾਹੁੰਦੇ ਸੀ, ਪਰ ਉਹਨਾਂ ਨੇ ਜਦੋਂ ਗੁਰੂ ਜੀ ਵੱਲ ਦੇਖਿਆ ਤਾਂ ਉਹ ਚੁੱਪ ਹੋ ਗਏ, ਬੋਲੇ ਨਹੀਂ ਕੁਝ ਵੀ। ਤਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੋਲੇ ਕਿ ਚਲੋ ਠੀਕ ਆ, ਤੁਸੀਂ ਸਾਨੂੰ ਮਾਰ ਸਕਦੇ ਆ, ਪਰ ਤੁਹਾਨੂੰ ਉਸ ਤੋਂ ਪਛਾਤ ਇੱਕ ਕੰਮ ਕਰਨਾ ਪਊਗਾ। ਤਾਂ ਡਾਕੂ ਕਹਿਣ ਲੱਗੇ ਜੀ ਕਿੱਦਾਂ ਦਾ ਕੰਮ? ਤਾਂ ਗੁਰੂ ਜੀ ਨੇ ਆਖਿਆ ਕਿ ਸਾਨੂੰ ਮਾਰਨੇ ਤੋਂ ਬਾਅਦ ਸਾਡੇ ਸ਼ਵ ਜਿਹੜੇ ਆ ਇੱਥੇ ਨਹੀਂ ਛੱਡਨੇ ਤੁਸੀਂ, ਤੇ ਇਹ ਸਾਰਾ ਜੰਗਲ ਆ, ਇੱਥੇ ਬਹੁਤ ਸਾਰੀਆਂ ਲੱਕੜੀਆਂ ਜਲਾਉਣ ਨੂੰ ਆ, ਤੇ ਤੁਸੀਂ ਸਾਡੇ ਸ਼ਵਾਂ ਨੂੰ ਜਲਾ ਕੇ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿਓ। ਤਾਂ ਗੁਰੂ ਜੀ ਨਾਲ ਕਹਿਣ ਲੱਗੇ ਕਿ ਇਹ ਤੁਹਾਡੇ ਲਈ ਵੀ ਚੰਗਾ ਰਹੂਗਾ, ਕਿਉਂਕਿ ਸਾਡਾ ਨਾਮੋ ਨਿਸ਼ਾਨ ਨਹੀਂ ਰਹੂਗਾ ਫਿਰ, ਤੇ ਤੁਹਾਡੇ ਤੇ ਕੋਈ ਸ਼ੱਕ ਵੀ ਨਹੀਂ ਕਰੂਗਾ। ਤੇ ਡਾਕੂ ਆਖਣ ਲੱਗੇ ਕਿ ਤੁਸੀਂ ਇਹ ਕਿਉਂ ਕਹਿ ਰਹੇ ਹੋ ਕਿ ਤੁਹਾਡਾ ਅੰਤਿਮ ਸੰਸਕਾਰ ਕਰ ਦਈਏ? ਸਾਨੂੰ ਇਹਦੀ ਕੀ ਲੋੜ ਆ? ਕੌਣ ਲੱਕੜਾਂ ਢੂੰਡੂਗਾ? ਕਿਹੜਾ ਅੱਗ ਲੈ ਕੇ ਆਊਗਾ? ਸਾਨੂੰ ਇਹਨੇ ਝੰਜਟ ਪਾਲਣ ਦੀ ਕੀ ਲੋੜ ਆ? ਮਾਰੋ ਇਹਨਾਂ ਨੂੰ ਤੇ ਮਾਲ ਲੁੱਟ ਕੇ ਚੱਲੋ ਇੱਥੋਂ। ਤੇ ਨਾ ਜਾਣੇ ਕਿਉਂ ਇੱਕ ਡਾਕੂ ਨੂੰ ਉਹਨਾਂ ਵਿੱਚੋਂ ਡਰ ਲੱਗ ਰਿਹਾ ਸੀ, ਤੇ ਉਹ ਘਬਰਾਇਆ ਹੋਇਆ ਬੋਲਿਆ ਕਿ ਸਰਦਾਰ, ਡਾਕੂਆਂ ਦਾ ਜਿਹੜਾ ਸਰਦਾਰ ਸੀ ਉਹਨੂੰ ਕਹਿਣ ਲੱਗਾ ਕਿ ਸਰਦਾਰ, ਅੱਜ ਤੋਂ ਪਹਿਲਾਂ ਸਾਨੂੰ ਕਿਸੇ ਨੂੰ ਮਾਰਨ ਲੱਗਿਆ ਕਦੇ ਵੀ ਸਾਡਾ ਦਿਮਾਗ ਇਹਨਾਂ ਝਿਜਕਿਆ ਨਹੀਂ, ਰੁਕਿਆ ਨਹੀਂ, ਤੇ ਕਿਸੇ ਨੇ ਅੱਜ ਤੱਕ ਇਹ ਵੀ ਨਹੀਂ ਕਿਹਾ ਕਿ ਸਾਨੂੰ ਮਾਰ ਦਿਓ। ਜਿਹਨੂੰ ਵੀ ਅਸੀਂ ਮਾਰਿਆ ਉਹਨੇ ਮਰਨ ਤੋਂ ਪਹਿਲਾਂ ਆਪਣੇ ਜੀਵਨ ਦੀ ਭੀਖ ਮੰਗੀ ਸਾਡੇ ਤੋਂ। ਇੱਦਾਂ ਦੇ ਵੀ ਬੜੇ ਲੋਕ ਆਏ ਜਿਨ੍ਹਾਂ ਕੋਲ ਹਥਿਆਰ ਸੀ, ਉਹਨਾਂ ਨੇ ਸਾਡੇ ਨਾਲ ਲੜਾਈ ਵੀ ਕੀਤੀ, ਤੇ ਬੜੀਆਂ ਕਠਿਨਾਈਆਂ ਤੋਂ ਬਾਅਦ ਆਪਾਂ ਉਹਨੂੰ ਵੀ ਮਾਰਿਆ ਤੇ ਲੁੱਟਿਆ ਉਹਨਾਂ ਲੋਕਾਂ ਨੂੰ ਵੀ। ਪਰ ਹਰ ਕੋਈ ਇਹੀ ਸੋਚਦਾ ਸੀ ਕਿ ਸਾਡੇ ਪ੍ਰਾਣ ਬਚ ਜਾਣ, ਸਾਡੀ ਜ਼ਿੰਦਗੀ ਬਚ ਜਾਏ, ਸਾਡੀ ਜਾਨ ਬਚ ਜਾਏ। ਪਰ ਲੱਗਦਾ ਇਹ ਤਾਂ ਕਿਸੇ ਹੋਰ ਹੀ ਮਿੱਟੀ ਦੇ ਬਣੇ ਆ ਜਿਹੜੇ ਆਖ ਰਹੇ ਨੇ ਕਿ ਸਾਨੂੰ ਮਾਰ ਦਿਓ ਤੁਸੀਂ। ਤੇ ਇਹਨਾਂ ਦੇ ਦਿਲ ਵਿੱਚ ਜਰਾ ਵੀ ਡਰ ਨਹੀਂ ਹੈ, ਸਾਨੂੰ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਉੱਦਾਂ ਹੀ ਕਰਨਾ ਚਾਹੀਦਾ ਹੈ ਜਿੱਦਾਂ ਇਹ ਕਹਿ ਰਹੇ ਨੇ। ਤੇ ਜੇ ਆਪਾਂ ਇਹਨਾਂ ਨੂੰ ਜਲਾ ਦੇਵਾਂਗੇ ਤਾਂ ਸਾਡੇ ਖਿਲਾਫ ਕੋਈ ਸੁਰਾਗ ਵੀ ਨਹੀਂ ਬਚੂਗਾ। ਅਸੀਂ ਬਹੁਤ ਸਾਰੇ ਡਾਕੂ ਹਾਂ, ਕੁਝ ਲੋਕ ਇਹਨਾਂ ਦੀ ਨਿਗਰਾਨੀ ਕਰਨਗੇ ਤੇ ਕੁਝ ਲੋਕ ਜਾ ਕੇ ਅੱਗ ਲੈ ਆਉਣਗੇ ਤੇ ਲੱਕੜਾਂ ਲੈ ਆਉਣਗੇ। ਤੇ ਉਹਨਾਂ ਵਿੱਚੋਂ ਇੱਕ ਡਾਕੂ ਬੋਲਿਆ ਕਿ ਮੰਨ ਲਈ ਤੇਰੀ ਗੱਲ ਕਿ ਇਹ ਸਾਰਾ ਕੁਝ ਕਰਾਂਗੇ, ਪਰ ਅੱਗ ਕਿੱਥੋਂ ਲੈ ਕੇ ਆਵਾਂਗੇ? ਇਹ ਸਭ ਸੁਣਦੇ ਹੋਏ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਸੇ ਹੋਰ ਦੇਖਿਆ, ਉੱਥੇ ਦਰਖਤਾਂ ਦੇ ਪਿੱਛੋਂ ਧੂੰਆਂ ਨਿਕਲ ਰਿਹਾ ਸੀ। ਤੇ ਗੁਰੂ ਜੀ ਬੋਲਣ ਲੱਗੇ ਕਿ ਤੁਸੀਂ ਉੱਥੋਂ ਅੱਗ ਲੈ ਆਓ। ਜਿਸ ਡਾਕੂ ਨੇ ਉਹਨਾਂ ਨੂੰ ਜਲਾਉਣ ਦਾ ਕਿਹਾ ਸੀ, ਉਹ ਤੇ ਨਾਲ ਦੋ ਡਾਕੂ ਹੋਰ ਉਸ ਹੋਰ ਚਲੇ ਗਏ ਜਿੱਥੋਂ ਅੱਗ ਲੈਣ ਜਾਣਾ ਸੀ।
ਕੁਛ ਦੂਰ ਗਏ ਉੱਥੇ ਕੀ ਦੇਖਦੇ ਆ ਕਿ ਇੱਕ ਨਿਰਵਸਤਰ ਆਦਮੀ, ਕੱਪੜੇ ਨਹੀਂ ਪਾਏ ਹੋਏ ਤਨ 'ਤੇ ਉਹ ਬੰਦਾ, ਤੇ ਕੁਛ ਲੋਕ ਉਹਨੂੰ ਕੈਦੀਆਂ ਦੀ ਤਰ੍ਹਾਂ ਕਿਤੇ ਲੈ ਕੇ ਜਾ ਰਹੇ ਨੇ। ਡਾਕੂਆਂ ਨੇ ਦੇਖ ਤਾਂ ਲਿਆ ਸੀ, ਪਰ ਉਹ ਹੋਰ ਜ਼ਿਆਦਾ ਗੌਰ ਨਾਲ ਜਦੋਂ ਦੇਖਣ ਲੱਗੇ ਤਾਂ ਉਹਨਾਂ ਨੂੰ ਕੁਝ ਦਿਖਿਆ ਹੀ ਨਹੀਂ ਉੱਥੇ। ਤੇ ਜਦੋਂ ਉਹ ਲੋਕ ਉਸ ਅੱਗ ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਉੱਥੇ ਇੱਕ ਚਿਤਾ ਜਲ ਰਹੀ ਹੈ। ਇੱਕ ਡਾਕੂ ਨੇ ਇੱਕ ਜਲਦੀ ਹੋਈ ਲੱਕੜੀ ਨੂੰ ਚੱਕਿਆ ਤੇ ਸਾਰੇ ਵਾਪਸ ਬਾਕੀ ਡਾਕੂਆਂ ਕੋਲ ਜਾਣ ਲੱਗ ਪਏ। ਪਰੰਤੂ ਫਿਰ ਉਹਨਾਂ ਨੂੰ ਕੁਝ ਹੋਰ ਦਿਖਾਈ ਦਿੱਤਾ। ਉਹਨਾਂ ਨੂੰ ਕੀ ਦਿਖਿਆ ਕਿ ਜਿਹੜਾ ਵਿਅਕਤੀ ਨੂੰ ਪਹਿਲਾਂ ਨਿਰਵਸਤਰ ਲੈ ਕੇ ਜਾ ਰਹੇ ਸੀ ਕੈਦੀਆਂ ਵਾਂਗੂ, ਉਹ ਬੜੀ ਸ਼ਾਨੋ ਸ਼ੌਕਤ ਦੇ ਨਾਲ ਉਹਨੂੰ ਹੀ ਬੰਦੇ ਨੂੰ ਸਾਰੇ ਲੋਕ ਮਿਲ ਕੇ ਕਿਸੇ ਹੋਰ ਪਾਸੇ ਲੈ ਕੇ ਜਾ ਰਹੇ ਸੀ। ਰਾਜਿਆਂ ਵਾਲਾ ਉਹਨੇ ਭੇਸ ਪਾਇਆ ਹੋਇਆ ਸੀ। ਤੇ ਜਿਹੜੇ ਲੋਕ ਉਸ ਸ਼ਖਸ ਨੂੰ ਕੈਦੀਆਂ ਦੇ ਵਾਂਗੂ ਲੈ ਕੇ ਜਾ ਰਹੇ ਸੀ, ਉਹ ਆਪਸ ਦੇ ਵਿੱਚ ਗੱਲ ਕਰ ਰਹੇ ਸੀ ਕਿ ਇਹ ਸਾਡੀ ਕੈਦ 'ਚ ਸੀ, ਪਰ ਹੁਣ ਇਹਨੂੰ ਛੱਡਣ ਦਾ ਹੁਕਮ ਮਿਲਿਆ ਸਾਨੂੰ। ਇਹ ਸਾਰਾ ਕੁਝ ਸੁਣ ਕੇ ਡਾਕੂਆਂ ਦੀ ਜਿਗਿਆਸਾ ਹੋਰ ਜਾਗ ਪਈ, ਵੱਧ ਗਈ। ਤੇ ਡਾਕੂਆਂ ਨੇ ਉਹਨਾਂ ਲੋਕਾਂ ਨੂੰ ਪੁੱਛਿਆ ਕਿ ਕੌਣ ਹੋ ਤੁਸੀਂ ਲੋਕ? ਆਪਾਂ ਤੁਹਾਨੂੰ ਦੇਖ ਪਾ ਰਹੇ ਹਾਂ, ਪਰ ਇਹ ਸਿਰਫ ਇੱਕ ਆਭਾਸ ਲੱਗ ਰਿਹਾ ਮੈਨੂੰ। ਇੱਕ ਪਾਸੇ ਇਸ ਵਿਅਕਤੀ ਨੂੰ ਤੁਸੀਂ ਨਿਰਵਸਤਰ ਲੈ ਕੇ ਜਾ ਰਹੇ ਸੀ ਬੇੜੀਆਂ 'ਚ ਬੰਨ੍ਹ ਕੇ, ਹੁਣ ਤੁਸੀਂ ਇਸ ਵਿਅਕਤੀ ਨੂੰ ਸ਼ਾਨੋ ਸ਼ੌਕਤ ਨਾਲ ਲੈ ਕੇ ਆ ਰਹੇ ਹੋ, ਵੀ ਕੀ ਮਸਲਾ ਆ? ਤਾਂ ਉਹਨਾਂ ਨੇ ਆਖਿਆ ਕਿ ਇਹ ਉਹੀ ਵਿਅਕਤੀ ਆ ਜਿਹਦੀ ਚਿਤਾ ਤੋਂ ਤੁਸੀਂ ਲੱਕੜੀ ਲੈ ਕੇ ਆਏ ਹੋ, ਤੇ ਇਹ ਉਸੇ ਆਦਮੀ ਦੀ ਆਤਮਾ ਆ। ਇਹ ਇੱਕ ਦੁਸ਼ਟ ਆਦਮੀ ਸੀਗਾ ਤੇ ਇਸ ਨੂੰ ਆਪਾਂ ਨਰਕ ਲੈ ਕੇ ਜਾ ਰਹੇ ਸੀ। ਜਦੋਂ ਕੋਈ ਵਿਅਕਤੀ ਬੁਰੇ ਕਰਮ ਕਰਦਾ ਆ ਤੇ ਉਹਨੂੰ ਬੁਰੇ ਕਰਮਾਂ ਦੀ ਸਜ਼ਾ ਮਿਲਦੀ ਆ, ਤੇ ਜਿੱਥੇ ਉਹ ਸਜ਼ਾ ਮਿਲਦੀ ਆ ਉਹਨੂੰ ਨਰਕ ਕਹਿੰਦੇ ਆ, ਤੇ ਆਪਾਂ ਨਰਕ ਦੇ ਦੂਤ ਆ। ਪਰ ਹੁਣ ਜਿਹੜੇ ਲੈ ਕੇ ਜਾ ਰਹੇ ਨੇ ਉਹ ਸਵਰਗ ਦੇ ਦੂਤ ਆ। ਸਵਰਗ ਦੇ ਦੂਤ ਇਹਨੂੰ ਜ਼ਬਰਦਸਤੀ ਸਾਡੇ ਕੋਲੋਂ ਲੈ ਕੇ ਜਾ ਰਹੇ ਆ। ਤੇ ਨਰਕ ਦੇ ਦੂਤ ਕਹਿੰਦੇ ਕਿ ਪਹਿਲਾਂ ਇਹ ਵਿਅਕਤੀ ਸਾਡੇ ਆਪਾਂ ਫੜਿਆ ਹੋਇਆ ਸੀਗਾ, ਪਰ ਹੁਣ ਇਹਨੂੰ ਛੱਡਣਾ ਪੈ ਰਿਹਾ ਸਾਨੂੰ। ਤੇ ਡਾਕੂਆਂ ਨੇ ਫਿਰ ਸਵਰਗ ਦੂਤਾਂ ਨੂੰ ਪੁੱਛਿਆ ਕਿ ਕਿਉਂ ਭਾਈ, ਤੁਸੀਂ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਕਿਉਂ ਇਹਨੂੰ ਲੈ ਕੇ ਜਾ ਰਹੇ ਹੋ? ਤੇ ਸਵਰਗ ਦੂਤ ਆਖਣ ਲੱਗੇ ਕਿ ਇਹ ਵਿਅਕਤੀ ਇੱਕ ਪਾਪੀ ਮਨੁੱਖ ਸੀ, ਪਰ ਅੱਜ ਇਹਦੀ ਮ੍ਰਿਤਿੂ ਤੋਂ ਪਛਾਤ ਇਹਨੂੰ ਨਰਕ 'ਚ ਲੈ ਕੇ ਜਾਇਆ ਜਾ ਰਿਹਾ ਸੀ। ਤੇ ਜਦੋਂ ਨਰਕ ਦੇ ਦੂਤ ਇਹਨੂੰ ਨਰਕ 'ਚ ਲੈ ਕੇ ਜਾ ਰਹੇ ਸੀ, ਉਸ ਵੇਲੇ ਇਹਦੀ ਨਜ਼ਰ ਇੱਕ ਸੰਤ ਨਾਲ ਮਿਲੀ। ਤੇ ਉਸ ਸੰਤਾਂ ਦੀ ਨਜ਼ਰ ਜਦੋਂ ਇਹਦੇ ਤੇ ਪਈ ਤਾਂ ਇਹਦੀ ਨਜ਼ਰ ਉਹਨਾਂ ਤੇ ਪਈ ਤਾਂ ਇਹਦੀ ਨਰਕ ਦੀ ਜਿਹੜੀ ਸਜ਼ਾ ਸੀ ਉਹ ਕੱਟ ਗਈ, ਖਤਮ ਹੋ ਗਈ। ਤੇ ਅਸੀਂ ਇਹਨੂੰ ਲੈਣ ਆ ਗਏ। ਫਿਰ ਡਾਕੂ ਨੇ ਪੁੱਛਿਆ ਕਿ ਇਦਾਂ ਦਾ ਕਿਹੜਾ ਸੰਤ ਆ, ਕੌਣ ਸਾ ਸੰਤ ਆ ਕਿ ਜਿਹਨੂੰ ਵੇਖ ਕੇ ਸਾਰੇ ਦੁਸ਼ਟ ਕਰਮ ਸਾਡੇ ਕੱਟੇ ਜਾਂਦੇ ਆ, ਸਾਨੂੰ ਨਰਕ ਤੋਂ ਵੀ ਸਵਰਗ ਮਿਲ ਜਾਂਦਾ ਆ, ਤੇ ਉਹਦੀ ਨਜ਼ਰ ਦੇ ਵਿੱਚ ਇੰਨੀ ਸ਼ਕਤੀ ਹੈ। ਤੇ ਉਹ ਸੰਤ ਸੀ ਮਹਾਪੁਰਸ਼ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਤੇ ਉਹ ਜਿਹੜੇ ਦੂਤ ਸੀਗੇ ਉਹ ਆਖਣ ਲੱਗੇ ਕਿ ਜਿਹੜੇ ਸੰਤਾਂ ਨੂੰ ਤੁਸੀਂ ਮਾਰਨਾ ਚਾਹੁੰਦੇ ਹੋ, ਉਹਨਾਂ ਸੰਤਾਂ ਦੀ ਨਜ਼ਰ ਇਹ 'ਤੇ ਪਈ ਆ, ਤੇ ਇਹਦਾ ਨਰਕ ਦਾ ਜਿਹੜਾ ਇਹਨੂੰ ਮਿਲਣਾ ਸੀਗਾ ਉਹ ਕੱਟ ਗਿਆ, ਉਹ ਖਤਮ ਹੋ ਗਿਆ। ਇਹ ਸੁਣ ਕੇ ਸਾਰੇ ਡਾਕੂ ਘਬਰਾ ਗਏ ਤੇ ਗੁਰੂ ਜੀ ਦੇ ਕੋਲ ਆ ਕੇ ਉਹਨਾਂ ਦੇ ਪੈਰਾਂ ਦੇ ਵਿੱਚ, ਉਹਨਾਂ ਦੇ ਚਰਨਾਂ ਦੇ ਵਿੱਚ ਗਿਰ ਗਏ। ਤੇ ਹੁਣ ਉਹ ਡਾਕੂ ਤਾਂ ਜਾ ਕੇ ਕਦਮਾਂ 'ਚ ਗਿਰ ਗਏ, ਪਰ ਜਿਹੜੇ ਦੂਸਰੇ ਡਾਕੂ ਸੀ ਉਹ ਹੈਰਾਨ ਹੋ ਗਏ ਕਿ ਸਾਡੇ ਨਿਰਦਈ ਡਾਕੂ ਸੀਗੇ, ਇਹ ਕਿੱਦਾਂ ਉਸ ਵਿਅਕਤੀ ਦੇ ਕਦਮਾਂ 'ਚ ਗਿਰ ਗਏ, ਉਸ ਸੰਤ ਦੇ ਕਦਮਾਂ 'ਚ ਗਿਰ ਗਏ। ਤਾਂ ਉਹਨਾਂ ਨੇ ਸਾਰੀ ਗੱਲ ਦੱਸੀ ਤੇ ਆਖਣ ਲੱਗੇ ਕਿ ਜੇ ਆਮ ਇਨਸਾਨ ਨੂੰ ਆਪਾਂ ਮਾਰਾਂਗੇ ਤੇ ਸਾਨੂੰ ਪਰਮਾਤਮਾ ਸਜ਼ਾ ਦੇਗਾ, ਪਰ ਜੇ ਅਸੀਂ ਪਰਮਾਤਮਾ ਨੂੰ ਹੀ ਮਾਰਤਾ ਫਿਰ ਆਪੇ ਸੋਚੋ ਵੀ ਸਾਨੂੰ ਕੌਣ ਸਜ਼ਾ ਦਊਗਾ। ਤੇ ਸਾਰੇ ਡਾਕੂਆਂ ਨੇ ਵੀ ਉਹ ਗੱਲ ਸੁਣੀ ਤੇ ਸਾਰੇ ਡਰ ਗਏ, ਤੇ ਸੁਣਨ ਤੋਂ ਪਛਾਤ ਸਾਰੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਗਿਰ ਗਏ। ਡਾਕੂ ਜਦੋਂ ਅੱਗ ਲੈਣ ਗਏ ਸੀ, ਉਦੋਂ ਹੀ ਗੁਰੂ ਜੀ ਇੱਕ ਪੱਥਰ ਦੀ ਸ਼ੀਲਾ ਦੀ ਵਾਂਗੂ ਖੜੇ ਸੀਗੇ ਤੇ ਡਾਕੂਆਂ ਨੂੰ ਇੱਕ ਟੱਕ ਦੇਖ ਰਹੇ ਸੀਗੇ। ਤੇ ਗੁਰੂ ਜੀ ਦੇ ਚਿਹਰੇ ਤੇ ਇੱਕ ਦਿਵਯ ਸ਼ਕਤੀ ਸੀ, ਤੇ ਗੁਰੂ ਜੀ ਦੀਆਂ ਅੱਖਾਂ ਝਪਕੇ ਬਿਨਾਂ ਉਹਨਾਂ ਡਾਕੂਆਂ ਵੱਲ ਦੇਖ ਰਹੀਆਂ ਸੀ। ਗੁਰੂ ਜੀ ਦੀ ਸਾਂਸ ਇੰਨੀ ਧੀਰੇ ਸੀ ਕਿ ਮਾਨੋ ਕਿ ਉਹ ਸਾਹ ਲੈ ਹੀ ਨਹੀਂ ਰਹੇ। ਇਹ ਸਭ ਉਸ ਅਕਾਲ ਪੁਰਖ ਦੀ ਮਾਇਆ ਹੈ, ਈਸ਼ਵਰ ਦੀ ਕਿੱਦਾਂ ਦੀ ਮਾਇਆ ਹੈ ਕਿ ਜਿਹੜੇ ਲੋਕ ਪਹਿਲਾਂ ਗੁਰੂ ਜੀ ਨੂੰ ਮਾਰਨਾ ਚਾਹੁੰਦੇ ਸੀ, ਹੁਣ ਗੁਰੂ ਜੀ ਦੇ ਕਦਮਾਂ 'ਚ ਗਿਰ ਕੇ ਉਹਨਾਂ ਤੋਂ ਮਾफ़ੀ ਮੰਗ ਰਹੇ ਸੀ ਤੇ ਆਖ ਰਹੇ ਸੀ, ਗੁਰੂਵਰ ਤੁਸੀਂ ਸਾਡੇ ਪਿੰਡ 'ਚ, ਸਾਡੇ ਗਾঁव 'ਚ ਇੱਕ ਵਾਰੀ ਫੇਰ ਆਇਓ ਤੇ ਅਸੀਂ ਤੁਹਾਡੀ ਸੇਵਾ ਕਰਨਾ ਚਾਹੁੰਦੇ ਹਾਂ। ਸਾਡਾ ਪੂਰਾ ਗਾँव ਦਿਨ ਰਾਤ ਮਾੜੇ ਕੰਮਾਂ 'ਚ ਲੱਗਿਆ ਰਹਿੰਦਾ ਹੈ, ਅਸੀਂ ਭਟਕੇ ਹੋਏ ਹਾਂ, ਸਾਡਾ ਮਾਰਗ ਦਰਸ਼ਨ ਕਰੋ, ਅਸੀਂ ਹਤਿਆਰੇ ਹਾਂ, ਸਾਡਾ ਜੀਵਨ ਤੁਹਾਡੇ ਆਸ਼ੀਰਵਾਦ ਦੇ ਬਿਨਾਂ ਸੰਪੂਰਨ ਨਹੀਂ ਹੋਣਾ, ਤੁਸੀਂ ਕਿਰਪਾ ਕਰਕੇ ਸਾਡੇ ਗਾँव ਚੱਲੋ। ਤੇ ਡਾਕੂਆਂ ਦਾ ਨਿਮੰਤਰਣ ਗੁਰੂ ਜੀ ਨੇ ਸਵੀਕਾਰ ਕੀਤਾ ਤੇ ਉਹਨਾਂ ਦੇ ਪਿੰਡ ਗਏ। ਗੁਰੂ ਜੀ ਨੇ ਸਾਰੇ ਗਾँव ਦੇ ਸਾਹਮਣੇ ਸਤਸੰਗ ਕੀਤਾ ਤੇ ਗੁਰੂ ਜੀ ਦੇ ਆਸ਼ੀਰਵਾਦ ਨਾਲ ਉਹ ਸਾਰਾ ਜਿਹੜਾ ਪਿੰਡ ਡਾਕੂਆਂ ਦਾ ਸੀ ਉਹ ਖੇਤੀਬਾੜੀ ਕਰਨ ਵਾਲੇ ਕਿਸਾਨਾਂ ਦੇ ਵਿੱਚ ਬਦਲ ਗਿਆ ਤੇ ਉਹਨਾਂ ਨੂੰ ਸਿੱਧੇ ਰਾਹ ਪਾ ਕੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਅਗਲੀ ਯਾਤਰਾ ਤੇ ਚਲੇ ਗਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।